ਪੁਰਾਤਨ ਸਮਿਆਂ ਦੇ ਵਿੱਚ ਜਦੋਂ ਹਾਕਮ ਲੋਕ ਸਿੱਖਾਂ ਦੇ ਉੱਪਰ ਅਨੇਕਾਂ ਤਸ਼ੱਦਦ ਕਰਦੇ ਹੁੰਦੇ ਸੀ, ਜ਼ੁਲਮ ਢਾਉਂਦੇ ਹੁੰਦੇ ਸੀ, ਤਾਂ ਜ਼ਿਆਦਾਤਰ ਜਿਹੜੇ ਸਿੰਘ ਸੀ ਨਾ, ਉਹ ਜੰਗਲਾਂ ਬੇਲਿਆਂ ਦੇ ਵਿੱਚ ਹੀ ਆਪਣਾ ਗੁਜ਼ਾਰਾ ਕਰਿਆ ਕਰਦੇ ਸਨ, ਉੱਥੇ ਹੀ ਰਿਹਾ ਕਰਦੇ ਸਨ। ਤਾਂ ਉਹ ਕੀ ਕਰਦੇ ਸੀ, ਜਦੋਂ ਕਿਤੇ ਇਕੱਠੇ ਹੋਣਾ ਜਾਂ ਜਦੋਂ ਕਦੇ ਉਹਨਾਂ ਨੂੰ ਸਮਾਂ ਲੱਗਣਾ ਤਾਂ ਉਹ ਅਖੰਡ ਪਾਠ ਕਰ ਲੈਂਦੇ ਸੀ। ਭਾਵ ਕਿ ਉਹ ਬਾਣੀ ਦਾ ਪ੍ਰਕਾਸ਼ ਕਰਕੇ ਪਾਠ ਸੁਣਿਆ ਕਰਦੇ ਸੀ, ਕਿਉਂਕਿ ਉਹਨਾਂ ਕੋਲ ਜ਼ਿਆਦਾ ਸਮਾਂ ਨਹੀਂ ਸੀ ਨਾ ਲੱਗਦਾ। ਜਦੋਂ ਸਮਾਂ ਲੱਗਦਾ ਸੀ ਤਾਂ ਉਹ ਅਖੰਡ ਪਾਠ ਕਰਕੇ ਬਾਣੀ ਸੁਣ ਲੈਂਦੇ ਸੀ। ਦੂਜੀ ਗੱਲ ਕਿ ਜਾਂ ਜਦੋਂ ਕਿਤੇ ਜੋੜ ਮੇਲੇ ਹੁੰਦੇ ਸੀ ਤਾਂ ਸੰਗਤਾਂ ਇਤਿਹਾਸਕ ਗੁਰਦੁਆਰਿਆਂ ਦੇ ਵਿੱਚ ਜਾਂਦੀਆਂ ਸਨ। ਜਦੋਂ ਸਾਡੇ ਪੁਰਬ ਹੁੰਦੇ ਸੀ ਤਾਂ ਉਹਨਾਂ ਪੁਰਬਾਂ ਦੇ ਉੱਪਰ ਵੀ ਅਖੰਡ ਪਾਠ ਇੱਕ ਸੁਣਨ ਦੇ ਭਾਵ ਦੇ ਨਾਲ ਪ੍ਰਕਾਸ਼ ਕਰਵਾਇਆ ਜਾਂਦਾ ਸੀ, ਕਿਉਂਕਿ ਸੰਗਤਾਂ ਦੂਰ ਦਰਾਡੇ ਥਾਵਾਂ ਤੋਂ ਜਾ ਕੇ ਇਕੱਤਰ ਹੁੰਦੀਆਂ ਸੀ। ਥੋੜ੍ਹੇ ਸਮਾਂ ਹੁੰਦੇ ਭਾਵ ਕਿ ਥੋੜ੍ਹਾ ਸਮਾਂ ਹੁੰਦਾ ਸੀ, ਥੋੜ੍ਹੇ ਸਮੇਂ ਦੇ ਵਿੱਚ ਹੀ ਗੁਰਬਾਣੀ ਦਾ ਸੰਪੂਰਨ ਪਾਠ ਕੀਤਾ ਜਾਂਦਾ ਸੀ, ਉਸ ਨੂੰ ਅਖੰਡ ਪਾਠ ਕਿਹਾ ਜਾਂਦਾ ਸੀ। ਪਰ ਕਈ ਵਾਰ ਕੋਈ ਮਰਿਆਦਾ ਸਮਾਂ ਬਦਲਣ ਦੇ ਨਾਲ ਉਹ ਰੀਤ ਬਣ ਜਾਂਦੀ ਹੈ, ਭਾਵ ਰੀਤੀ ਰਿਵਾਜ ਬਣ ਜਾਂਦੇ ਹੈ। ਕਿਉਂਕਿ ਸਾਡਾ ਤਾਂ ਸਿੱਖਾਂ ਦਾ ਫਰਜ਼ ਸੀ ਕਿ ਅਸੀਂ ਰੋਜ਼ਾਨਾ ਹੀ ਸਹਿਜ ਪਾਠ ਕਰਿਆ ਕਰਦੇ, ਰੋਜ਼ਾਨਾ ਹੀ ਬਾਣੀ ਦੇ ਨਾਲ ਜੁੜਿਆ ਕਰਦੇ। ਹਾਂ, ਜੇਕਰ ਸਾਨੂੰ ਕਿਤੇ ਲੋੜ ਪੈਂਦੀ ਤਾਂ ਉੱਥੇ ਅਖੰਡ ਪਾਠ ਕਰਵਾ ਸਕਦੇ ਸੀ। ਇਹ ਕੋਈ ਮਨਾਹੀ ਨਹੀਂ ਵੀ ਅਸੀਂ ਅਖੰਡ ਪਾਠ ਨਹੀਂ ਕਰਵਾਉਣਾ। ਪਰ ਮਕਸਦ ਕੀ ਆ ਸਹਿਜ ਪਾਠ ਦਾ ਅਤੇ ਅਖੰਡ ਪਾਠ ਦਾ? ਕਿ ਬਾਣੀ ਸੁਣ ਕੇ ਜੀਵਨ ਦੇ ਵਿੱਚ ਅਪਣਾਉਣੀ। ਮਕਸਦ ਇੱਕੋ ਹੀ ਹੈ ਕਿ ਅਸੀਂ ਗੁਰਬਾਣੀ ਸੁਣਨੀ ਹੈ, ਸਮਝਣੀ ਹੈ ਅਤੇ ਜੀਵਨ ਦੇ ਵਿੱਚ ਲਾਗੂ ਕਰਨੀ ਹੈ। ਭਾਵ ਦੋਨਾਂ ਦਾ ਇੱਕੋ ਹੀ ਹੈ। ਪਰ ਹੌਲੀ ਹੌਲੀ ਕੀ ਹੁੰਦਾ ਹੈ ਵੀ ਉਹ ਗੱਲ ਇੱਕ ਰੀਤੀ ਰਿਵਾਜ ਬਣ ਜਾਂਦਾ ਹੈ। ਹੁਣ ਅਸੀਂ ਅਖੰਡ ਪਾਠ ਕਦੋਂ ਕਰਵਾਉਂਦੇ, ਜਾਂ ਅਸੀਂ ਕਿਸੇ ਨੂੰ ਦੇਖ ਲੈਂਦੇ ਭਾਈ ਫਲਾਣਿਆਂ ਨੇ ਅਖੰਡ ਪਾਠ ਆਪਣੇ ਘਰ ਦੇ ਵਿੱਚ ਕਰਵਾਇਆ, ਜਾਂ ਸਾਡਾ ਕੋਈ ਕੰਮ ਦੇ ਵਿੱਚ ਕੋਈ ਅੜਚਨ ਪਈ ਹੋਵੇ ਨਾ, ਕੰਮ ਨਾ ਬਣਦਾ ਹੋਵੇ, ਤਾਂ ਅਸੀਂ ਉਦੋਂ ਵੀ ਗੁਰਦੁਆਰੇ ਵਿੱਚ ਜਾ ਕੇ ਅਖੰਡ ਪਾਠ ਸੁੱਖ ਲੈਂਦੇ ਹਾਂ ਵੀ ਭਾਈ ਮਹਾਰਾਜ ਜੀ ਮੇਰਾ ਆਹ ਕੰਮ ਕਰ ਦਿਓ, ਮੈਂ ਅਖੰਡ ਪਾਠ ਕਰਵਾਊਂ। ਅਸੀਂ ਤਾਂ ਇੱਥੋਂ ਤੱਕ ਹੀ ਗੁਰਬਾਣੀ ਨੂੰ ਸੀਮਿਤ ਰੱਖਿਆ, ਕੰਮ ਕਰਾਉਣ ਤੱਕ ਹੀ। ਇੱਕ ਦੂਜੀ ਗੱਲ, ਅਸੀਂ ਸਹਿਜ ਪਾਠ ਦੇ ਨਾਲੋਂ ਅਖੰਡ ਪਾਠ ਦੀ ਮਹਾਨਤਾ ਵੀ ਵੱਧ ਸਮਝੀ ਹੈ ਵੀ ਭਾਈ ਸਹਿਜ ਪਾਠ ਦੇ ਨਾਲੋਂ ਅਖੰਡ ਪਾਠ ਦਾ ਪੁੰਨ ਬਹੁਤ ਜ਼ਿਆਦਾ ਹੁੰਦਾ, ਇਹਦੀ ਬਹੁਤ ਮਹਾਨਤਾ ਹੈ। ਪਰ ਇਸ ਗੱਲ 'ਤੇ ਇਹ ਗੱਲ ਨਿਰਭਰ ਨਹੀਂ ਕਰਦੀ ਕਿ ਸਹਿਜ ਪਾਠ ਨਾਲੋਂ ਅਖੰਡ ਪਾਠ ਦੀ ਵੱਧ ਮਹਾਨਤਾ ਹੈ। ਨਹੀਂ, ਮਹਾਨਤਾ ਤਾਂ ਇਸ ਗੱਲ ਦੇ ਵਿੱਚ ਖੜੀ ਹੈ ਕਿ ਅਸੀਂ ਗੁਰਬਾਣੀ ਸੁਣ ਕੇ ਮੰਨੀ ਕਿੰਨੀ ਹੈ। ਮੰਨਣ ਦੇ ਵਿੱਚ ਮਹਾਨਤਾ ਹੈ। ਸਹਿਜ ਪਾਠ ਅਤੇ ਅਖੰਡ ਪਾਠ ਵੱਡੇ ਛੋਟੇ ਦੀ ਗੱਲ ਨਹੀਂ। ਪਰ ਜਦੋਂ ਅਸੀਂ ਕਿਤੇ ਅਖੰਡ ਪਾਠ ਕਰਵਾਉਂਦੇ ਵੀ ਹੈ ਨਾ, ਮਹਾਰਾਜ ਨੇ ਤਾਂ ਇੱਥੋਂ ਤੱਕ ਵੀ ਕਿਹਾ ਗੁਰਬਾਣੀ ਦੇ ਵਿੱਚ, ਜਾਲੋ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੈ, ਨਾਨਕ ਸਾਈ ਭਲੀ ਪ੍ਰੀਤ ਜਿਤ ਸਾਹਿਬ ਸੇਤੀ ਪਤ ਰਹੈ। ਸਹਿਜ ਪਾਠ ਕਰਵਾ, ਅਖੰਡ ਪਾਠ ਕਰਵਾ, ਪਰ ਇਸ ਨੂੰ ਰੀਤੀ ਰਿਵਾਜ ਨਾ ਬਣਾ ਕਿ ਫਲਾਣੇ ਨੇ ਸਹਿਜ ਪਾਠ ਜਾਂ ਅਖੰਡ ਪਾਠ ਕਰਵਾਇਆ ਮੈਂ ਵੀ ਕਰਵਾਉਣਾ। ਇਸ ਨੂੰ ਰੀਤੀ ਰਿਵਾਜ ਨਾ ਬਣਾ। ਇਸ ਨੂੰ ਕੰਮ ਕਰਵਾਉਣ ਵਾਸਤੇ ਇੱਕ ਰਿਸ਼ਵਤ ਦੇ ਤੌਰ 'ਤੇ ਨਾ ਕਰ ਕਿ ਮਹਾਰਾਜ ਜੀ ਮੇਰਾ ਆਹ ਕੰਮ ਕਰ ਦਿਓ, ਮੈਂ ਆਹ ਅਖੰਡ ਪਾਠ ਜਾਂ ਸਹਿਜ ਪਾਠ ਕਰਵਾ ਦੂੰ। ਵੱਖਰੀ ਗੱਲ ਅਸੀਂ ਸ਼ੁਕਰਾਨੇ ਵਜੋਂ ਕਰਵਾ ਦਿੰਦੇ ਹਾਂ, ਪਰ ਕਈਆਂ ਨੇ ਤਾਂ ਇੱਥੇ ਕੰਮ ਦੇ ਤੌਰ 'ਤੇ ਹੀ ਵਰਤਿਆ ਹੋਇਆ। ਪਰ ਨਹੀਂ, ਇਹ ਰੀਤੀ ਰਿਵਾਜਾਂ ਦੇ ਵਿੱਚੋਂ ਨਿਕਲ ਗਏ। ਮਹਾਰਾਜ ਨੇ ਤਕੀਦ ਕੀਤੀ ਹੈ ਨਾ ਵੀ ਜਾਲੋ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੈ, ਨਾਨਕ ਸਾਈ ਭਲੀ ਪ੍ਰੀਤ ਜਿਤ ਸਾਹਿਬ ਸੇਤੀ ਪਤ ਰਹੈ। ਉਹ ਕੰਮ ਕਰ ਜਿਹਦੇ ਨਾਲ ਤੇਰਾ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਪ੍ਰੇਮ ਬਣਿਆ ਰਹੇ। ਰੀਤੀ ਰਿਵਾਜਾਂ ਦੇ ਨਾਲ ਕਦੇ ਵੀ ਪ੍ਰੇਮ ਨਹੀਂ ਬਣਦਾ, ਕਦੇ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਨਾਤਾ ਨਹੀਂ ਜੁੜਦਾ। ਪਰ ਜਦੋਂ ਅਸੀਂ ਕਰਵਾਉਂਦੇ ਹਾਂ ਨਾ ਅਖੰਡ ਪਾਠ ਘਰ ਦੇ ਵਿੱਚ, ਲੋੜ ਤਾਂ ਇਸ ਗੱਲ ਦੀ ਸੀ ਕਿ ਅਸੀਂ ਸਾਰਾ ਪਰਿਵਾਰ ਬੈਠ ਕੇ ਸੁਣਦੇ, ਗੁਰਬਾਣੀ ਨੂੰ ਧਿਆਨ ਦੇ ਨਾਲ ਸੁਣਦੇ। ਹੋ ਸਕਦਾ ਤੁਸੀਂ ਗੁਰਬਾਣੀ ਖੁਦ ਪੜ੍ਹਦੇ, ਪਰ ਅਸੀਂ ਪਾਠੀਆਂ ਨੂੰ ਲਾ ਕੇ ਅਖੰਡ ਪਾਠ ਤਾਂ ਕਰਵਾ ਲੈਂਦੇ ਹਾਂ, ਪਰ ਕਦੇ ਕੋਲ ਬੈਠ ਕੇ ਸੁਣਦੇ ਤੱਕ ਨਹੀਂ।
ਕਦੋਂ ਬੈਠਦੇ ਹੈ? ਜਦੋਂ ਅਸੀਂ ਇੱਕ ਤਾਂ ਪ੍ਰਕਾਸ਼ ਕਰਵਾਉਣਾ ਹੁੰਦਾ ਹੈ ਤੇ ਇੱਕ ਜਦੋਂ ਸੰਪੂਰਨਤਾ ਦਾ ਟਾਈਮ ਹੁੰਦਾ ਹੈ। ਅੱਗੇ ਪਿੱਛੇ ਅਸੀਂ ਕਮਰੇ ਦੇ ਵਿੱਚ ਨਹੀਂ ਆਉਂਦੇ। ਉਸ ਸਮੇਂ ਤੋਂ ਸਾਡੀਆਂ ਡਿਊਟੀਆਂ ਲਾਈਆਂ ਹੋਈਆਂ ਵੀ ਫਲਾਣਿਆਂ ਤੂੰ ਧੂਪ ਤੇ ਬੈਠਣਾ ਹੈ, ਫਲਾਣਿਆਂ ਤੂੰ ਜੋਤ ਦਾ ਧਿਆਨ ਰੱਖਣਾ, ਫਲਾਣਿਆਂ ਤੂੰ ਪਾਠੀਆਂ ਨੂੰ ਉਠਾਉਣਾ ਹੈ। ਸੁਣਨੀ ਤਾਂ ਸੀ ਗੁਰਬਾਣੀ ਸੀ ਸਤਿਗੁਰਾਂ ਦੀ, ਪਰ ਸਾਡਾ ਸਾਰਾ ਜ਼ੋਰ ਜ਼ਿਆਦਾਤਰ ਖਾਣ ਪੀਣ ਦੇ ਵਸਤੂਆਂ ਬਣਾਉਣ ਤੇ ਲੱਗਿਆ ਹੁੰਦਾ। ਸਾਰਾ ਟਾਈਮ ਸਾਡਾ ਲੰਗਰ ਬਣਾਉਣ ਤੇ ਲੱਗਿਆ ਹੁੰਦਾ। ਉਹ ਸਤਿਕਾਰਯੋਗ ਪਰਿਵਾਰ ਹੈ, ਉਹ ਸਤਿਕਾਰਯੋਗ ਗੁਰਸਿੱਖ ਹੈ ਜਿਹੜੇ ਗੁਰਬਾਣੀ ਦਾ ਅਖੰਡ ਪਾਠ ਕਰਵਾ ਕੇ ਖੁਦ ਕੋਲ ਬੈਠ ਕੇ ਸੁਣਦੇ ਆ। ਬਹੁਤ ਸਾਰੇ ਅਜਿਹੇ ਗੁਰਸਿੱਖ ਤੇ ਪਰਿਵਾਰ ਵੀ ਮਿਲ ਜਾਂਦੇ ਹੈ। ਸਾਡਾ ਧਿਆਨ ਤਾਂ ਜ਼ਿਆਦਾਤਰ ਧੂਪ ਤੇ ਜੋਤ ਦੇ ਵਿੱਚ ਲੱਗਿਆ ਹੁੰਦਾ ਹੈ ਵੀ ਕਦੇ ਅਖੰਡ ਪਾਠ ਵਾਲੇ ਕਮਰੇ ਦੇ ਵਿੱਚੋਂ ਧੂਪ ਨਾ ਬੁੱਝ ਜੇ, ਕਿਤੇ ਜੋਤ ਦੇ ਵਿੱਚੋਂ ਘਿਓ ਨਾ ਮੁੱਕ ਜੇ, ਕਦੇ ਜੋਤ ਨਾ ਬੁੱਝ ਜੇ। ਅਸੀਂ ਤਾਂ ਜੋਤਾਂ ਤੇ ਧੂਫਾਂ ਦੇ ਵਿੱਚ ਹੀ ਉਲਝੇ ਹੁੰਦੇ ਆ। ਧਿਆਨ ਸਾਡਾ ਜੋਤਾਂ ਤੇ ਧੂਫਾਂ ਦੇ ਵਿੱਚ ਹੀ ਲੱਗਿਆ ਹੁੰਦਾ ਵੀ ਇਹ ਨਾ ਬੁੱਝ ਜਾਣ। ਜਿਹੜਾ ਕਰਮਕਾਂਡ ਹੈ ਉਹਦੇ ਵੱਲ ਧਿਆਨ ਹੈ। ਜਿਹੜੇ ਸਤਿਗੁਰੂ ਸਾਨੂੰ ਸ਼ਬਦਾਂ ਦੇ ਰਾਹੀਂ ਉਪਦੇਸ਼ ਦੇ ਰਹੇ ਹੁੰਦੇ ਹੈ ਉੱਧਰ ਸਾਡਾ ਬਿਲਕੁਲ ਹੀ ਧਿਆਨ ਨਹੀਂ ਹੁੰਦਾ। ਸਾਡਾ ਕਰਮਕਾਂਡ ਵਾਲੇ ਪਾਸੇ ਵੱਧ ਧਿਆਨ ਹੁੰਦਾ ਹੈ, ਗੁਰਬਾਣੀ ਸੁਣਨ ਵਾਲੇ ਵਾਸਤੇ ਧਿਆਨ ਹੀ ਨਹੀਂ ਹੁੰਦਾ। ਸੋ ਅਸੀਂ ਜੋ ਵੀ ਮਰਿਆਦਾ ਸੀ ਨਾ ਉਸ ਦੇ ਅਨੁਸਾਰ ਹੀ ਪਾਠ ਕਰਦੇ, ਚਾਹੇ ਅਖੰਡ ਪਾਠ ਸੀ ਚਾਹੇ ਸਹਿਜ ਪਾਠ ਸੀ। ਅਸੀਂ ਤਾਂ ਉਸ ਦਿਨ ਕਮਰੇ ਦੇ ਵਿੱਚ ਆਉਣੇ ਹੈ ਜਿਸ ਦਿਨ ਭੋਗ ਪੈਣਾ ਹੁੰਦਾ। ਬਾਕੀ ਸਾਡਾ ਸਾਰਾ ਰਿਸ਼ਤੇਦਾਰਾਂ ਦੇ ਵਿੱਚ, ਸੱਜਣਾ ਮਿੱਤਰਾਂ ਦੇ ਵਿੱਚ ਹੀ ਸਾਡਾ ਸਮਾਂ ਦਿੱਤਾ ਹੁੰਦਾ। ਅਸੀਂ ਸਮਾਂ ਉਹਨਾਂ ਗੁਰਬਾਣੀ ਨੂੰ ਨਹੀਂ ਦਿੱਤਾ ਜਿੰਨਾ ਅਸੀਂ ਸੱਜਣਾ ਮਿੱਤਰਾਂ ਤੇ ਰਿਸ਼ਤੇਦਾਰਾਂ ਨੂੰ ਦਿੰਦੇ ਹਾਂ। ਇਹ ਇੱਕ ਕੀ ਬਣ ਗਿਆ? ਰੀਤੀ ਰਿਵਾਜ ਬਣ ਗਿਆ। ਇਹ ਇੱਕ ਪਖੰਡ ਬਣ ਗਿਆ। ਅਸੀਂ ਕਰਵਾ ਤਾਂ ਅਖੰਡ ਪਾਠ ਰਹੇ ਸੀ ਪਰ ਉਹ ਬਣਾ ਕੇ ਦਿੱਤਾ ਪਖੰਡ। ਇਹ ਪਖੰਡ ਦੇ ਵਿੱਚੋਂ ਅਸੀਂ ਨਿਕਲਣਾ ਸੀ। ਫਿਰ ਕੀ ਕਰਦੇ ਹੈ? ਜਿਸ ਦਿਨ ਉੱਚੀ ਸਪੀਕਰ ਸਾਡਾ ਬੰਨ੍ਹ ਕੇ ਲਾਇਆ ਹੁੰਦਾ ਨਾ, ਭੋਗ ਦੇ ਸਲੋਕ ਪੜ੍ਹੇ ਜਾਂਦੇ ਹੁੰਦੇ ਆ, ਸੰਪੂਰਨਤਾ ਦੇ ਸਲੋਕ ਪੜ੍ਹੇ ਜਾਂਦੇ, ਤਾਂ ਉਦੋਂ ਅਸੀਂ ਸਾਰਾ ਟੱਬਰ ਪੂਰੇ ਲਿਸ਼ਕਵੇਂ ਕੱਪੜੇ ਪਾ ਕੇ ਉਦੋਂ ਅਸੀਂ ਉਸ ਕਮਰੇ ਦੇ ਵਿੱਚ ਬੈਠਦੇ ਹਾਂ। ਉਦੋਂ ਫਿਰ ਕਿਵੇਂ ਬੈਠਦੇ ਹਾਂ? ਉਦੋਂ ਅਸੀਂ ਲੋਕਾਂ ਦਾ ਧਿਆਨ ਰੱਖਦੇ ਹਾਂ ਵੀ ਕਿਹੜਾ ਸਾਡੇ ਘਰ ਦੇ ਵਿੱਚ ਮੱਥਾ ਟੇਕਣ ਆਇਆ, ਕਿਹੜਾ ਨਹੀਂ ਆਇਆ, ਕਿਹੜਾ ਰਿਸ਼ਤੇਦਾਰ ਆ ਗਿਆ, ਕਿਹੜਾ ਅਜੇ ਤੱਕ ਨਹੀਂ ਪਹੁੰਚਿਆ। ਬਸ ਇਹਨਾਂ ਗੱਲਾਂ ਵਾਲੇ ਪਾਸੇ ਧਿਆਨ ਹੁੰਦਾ ਹੈ। ਜਦੋਂ ਉਦੋਂ ਸਤਿਗੁਰੂ ਸਾਨੂੰ ਮਨ ਨੂੰ ਸੰਬੋਧਨ ਕਰਕੇ ਬਾਣੀ ਸੁਣਾ ਰਹੇ ਹੁੰਦੇ ਆ ਵੀ ਮਨ ਮੇਰੇ ਆਹ ਕੰਮ ਕਰ, ਕਹੋ ਨਾਨਕ ਹਰ ਭਜ ਮਨਾ, ਕਹੋ ਨਾਨਕ ਸੁਨ ਰੇ ਮਨਾ। ਹਰ ਗੱਲ ਉੱਥੇ ਮਨ ਦੀ ਹੁੰਦੀ ਹੈ ਉਦੋਂ, ਪਰ ਉਦੋਂ ਸਾਡਾ ਮਨ ਉੱਥੇ ਹਾਜ਼ਰ ਹੀ ਨਹੀਂ ਹੁੰਦਾ। ਜਦੋਂ ਸਤਿਗੁਰੂ ਉਦੋਂ ਮਨ ਨੂੰ ਸਮਝਾ ਰਹੇ ਹੁੰਦੇ ਉਦੋਂ ਸਾਡਾ ਮਨ ਗੈਰ ਹਾਜ਼ਰ ਹੋ ਕੇ ਲੋਕਾਂ ਦੇ ਵੱਲ ਧਿਆਨ ਕਰੀ ਬੈਠਾ ਹੁੰਦਾ ਵੀ ਕਿਹੜਾ ਆ ਗਿਆ, ਕਿਹੜਾ ਚਲਾ ਗਿਆ, ਕਿਹਨੇ ਆਉਣਾ, ਕਿਹੜਾ ਕਿਵੇਂ ਆਇਆ, ਕਿਹੜਾ ਕਿਵੇਂ ਮੱਥਾ ਟੇਕਦਾ। ਇਹਨਾਂ ਗੱਲਾਂ ਵਾਲੇ ਪਾਸੇ ਹੀ ਸਾਡਾ ਧਿਆਨ ਹੁੰਦਾ।